ਹੈਲੋ एवरीवन PCS 2020 ਪ੍ਰੀਲੀਅਮ ਐਗਜ਼ਾਮ 'ਚ ਤੁਹਾਡੀ ਪੂਰੀ ਮਦਦ ਦੇ ਲਈ ਟੀਮ ਰਾਜ ਮਲਹੋਤਰਾ IAS ਤੁਹਾਡੇ ਨਾਲ ਖੜੀ ਹੈ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਵੀ ਕੋਈ ਵੀ ਪ੍ਰੋਬਲਮ ਨਾ ਆਏ ਇਸ ਤਿਆਰੀ ਨੂੰ ਸਾਇੰਟੀਫਿਕ ਢੰਗ ਨਾਲ ਕਰਨ ਦੇ ਵਿੱਚ। ਅੱਜ ਆਪਣੀ ਇਸ ਮੁਹਿੰਮ ਦੇ ਵਿੱਚ ਅਸੀਂ ਤੁਹਾਡੇ ਨਾਲ ਪ੍ਰੀਵੀਅਸ ਪ੍ਰੀਲੀਅਮ ਦੇ ਪੇਪਰ ਦੇ ਐਨਾਲਿਸਿਸ ਕਰਾਂਗੇ। 2015 ਤੇ 18 ਦੇ ਪੇਪਰ ਦੇ ਵਿੱਚ ਜਿਹੜੇ ਮਾਡਰਨ ਇੰਡੀਆ ਦੇ ਕੁਐਸਚਨ ਆਏ ਸੀ, ਥੋੜਾ ਉਹਨਾਂ ਨੂੰ ਸਮਝਦੇ ਹਾਂ ਕਿਸ ਤਰ੍ਹਾਂ ਉਹਨਾਂ ਦੇ ਆਨਸਰ ਕੀਤੇ ਜਾਣ। ਪਹਿਲਾ ਕੁਐਸਚਨ ਜਿਹੜਾ ਆਇਆ ਸੀ 2015 ਦੇ ਵਿੱਚ ਉਹ ਆਇਆ, ਹੂ ਡਿਸਕ੍ਰਾਈਬ ਦ ਗਵਰਨਮੈਂਟ ਆਫ ਇੰਡੀਆ ਐਕਟ 1935 ਐਜ਼ ਅ ਨਿਊ ਚਾਰਟਰ ਆਫ ਬੌਂਡੇਜ। ਵੱਡਾ ਐਕਟ ਸੀ, ਵੱਡਾ ਬਿਆਨ ਹੈ, ਕੋਈ ਵੱਡਾ ਨੇਤਾ ਹੀ ਦੇਗਾ। ਚਾਰੋਂ ਹੀ ਉਸ ਟਾਈਮ ਦੇ ਬਹੁਤ ਵੱਡੇ ਨੇਤਾ ਸੀ, ਸਿਰਕੱਢ ਨੇਤਾ ਸੀ। ਹੁਣ ਕਿਸ ਤਰ੍ਹਾਂ ਇਹਦਾ ਆਪਾਂ ਅੰਦਾਜ਼ਾ ਲਾਈਏ ਕਿ ਕਿੰਨੇ ਸਟੇਟਮੈਂਟ ਦਿੱਤੀ ਹੋਏ। ਦੋ ਤਰ੍ਹਾਂ ਦੇ ਸਟੂਡੈਂਟ ਹੋਣਗੇ, ਕੁਝ ਉਹ ਜਿਨ੍ਹਾਂ ਨੇ ਸਟੇਟਮੈਂਟ ਪੜ੍ਹੀ ਹੈ ਉਹਨਾਂ ਨੂੰ ਇਹਦਾ ਆਨਸਰ ਸਿੱਧਾ ਆਉਂਦਾ ਹੈ, ਤੇ ਕੁਝ ਸਟੂਡੈਂਟ ਐਸੇ ਹਨ ਜਿਨ੍ਹਾਂ ਨੇ ਸਟੇਟਮੈਂਟ ਨਹੀਂ ਪੜ੍ਹੀ, ਇਗਨੋਰ ਹੋ ਗਈ ਕਿਸੇ ਕਰਕੇ। ਹੁਣ ਉਹ ਕਿਆ ਸੋਚ ਸਕਦੇ हैं, ਜੇ ਉਹਨਾਂ ਨੇ ਸਟੇਟਮੈਂਟਸ ਨਹੀਂ ਵੀ ਪੜ੍ਹੀਆਂ ਐਟਲੀਸਟ ਉਹਨਾਂ ਨੇ ਇੰਪੋਰਟੈਂਟ ਕਾਂਗਰਸ ਦੇ ਸੈਸ਼ਨਸ ਤੇ ਉਹਨਾਂ ਦੇ ਪ੍ਰੈਜ਼ੀਡੈਂਟ ਤਾਂ ਯਾਦ ਕੀਤੇ ਹੋਣਗੇ। ਦਿਸ ਇਜ਼ ਵਾਟ ਵੀ ਐਕਸਪੈਕਟ ਕਿ ਤੁਸੀਂ PCS ਪ੍ਰੀ ਦੇਣ ਜਾ ਰਹੇ ਹੋ, ਸਾਨੂੰ ਪਤਾ ਕੁਝ ਫੈਕਚੁਅਲ ਕੁਐਸਚਨਸ ਆਉਂਦੇ हैं। ਹੁਣ ਜੇ ਤੁਸੀਂ ਇੰਪੋਰਟੈਂਟ ਸੈਸ਼ਨਸ ਤੇ ਉਹਨਾਂ ਦੇ ਪ੍ਰੈਜ਼ੀਡੈਂਟਸ ਨੂੰ ਯਾਦ ਕੀਤਾ ਸੀ ਤੇ 1935 ਦੇ ਐਕਟ ਨੂੰ ਪਾਸ ਕਰਨ ਤੋਂ ਬਾਅਦ ਜਿਹੜਾ ਪਹਿਲਾ ਸੈਸ਼ਨ ਆਇਆ ਉਹ 1936 'ਚ ਹੋਇਆ। ਕਿੱਥੇ ਹੋਇਆ? ਫੈਜ਼ਪੁਰ 'ਚ। क्यों इंपॉर्टेंट सी? क्योंकि वो पहला विलेज सैशन सी। उस पहले विलेज सैशन फैजपुर सैशन दे प्रेजिडेंट कौन सी कांग्रेस दे? पंडित जवाहर लाल नेहरू। तो 35 दे एक्ट के संबंध दे विच एडा वड्डा बयान कांग्रेस दे प्रेजिडेंट पंडित जवाहर लाल नेहरू ने ही दिता सी। राइट, दिस इज़ वन वे टू रिमेंबर, एंड इफ यू डोंट इवन रिमेंबर टू दैन फाइंड अ राइट आंसर। सो पहला क्वेश्चन हो गया जी। दूजा सवाल जिहड़ा पुछया गया वो सीगा कि which among the following apparently impressed Jahangir to issue a farman in 1613 AD to the English to establish a factory at Surat। ਹੁਣ ਹੋਇਆ ਕਿ ਪੁਰਤਗਾਲੀ ਸਭ ਤੋਂ ਪਹਿਲੇ ਸੀ ਜਿਹੜੇ ਇੰਡੀਆ ਆਏ, ਉਹ ਇੱਥੇ ਟ੍ਰੇਡ ਕਰ ਰਹੇ ਸੀ। ਮੁਗਲਾਂ ਦੇ ਆਉਣ ਤੋਂ ਪਹਿਲਾਂ ਤੋਂ ਆ ਕੇ ਉਹ ਆਪਣੇ ਆਪ ਨੂੰ ਇੱਥੇ ਇਸਟੈਬਲਿਸ਼ ਕਰ ਚੁੱਕੇ ਸੀ। ਫਿਰ ਬ੍ਰਿਟਿਸ਼ ਆਏ 1600 ਦੇ ਵਿੱਚ। ਹੁਣ ਜਦ ਬ੍ਰਿਟਿਸ਼ ਪਹੁੰਚੇ ਤੇ ਮੁਗਲਾਂ ਤੋਂ ਪਰਮਿਸ਼ਨ ਮੰਗੀ। ਜਹਾਂਗੀਰ ਦੇ ਟਾਈਮ ਤੇ ਕੈਪਟਨ ਹੌਕਿੰਸ ਆਏ ਸੀ, ਉਹਨਾਂ ਨੇ ਪਰਮਿਸ਼ਨ ਮੰਗੀ ਕਿ ਸਾਨੂੰ ਸੂਰਤ 'ਚ ਫੈਕਟਰੀ ਲਾਉਣ ਦੀ ਪਰਮਿਸ਼ਨ ਦਿੱਤੀ ਜਾਏ। ਮੁਗਲ ਐਂਪਰਰ ਜਹਾਂਗੀਰ ਨੂੰ ਕੁਝ ਇੱਦਾਂ ਲੱਗਿਆ ਕਿ ਜਿਹੜੀ ਪੋਰਟੁਗੀਜ਼ ਪਾਵਰ ਹੈ ਉਹ ਬਹੁਤ ਹੀ ਅੱਛੀ ਨੇਵੀ ਹੈ, ਉਹਨਾਂ ਦੇ ਨਾਲ ਪਤਾ ਨਹੀਂ ਬ੍ਰਿਟਿਸ਼ ਕੰਪੀਟ ਕਰ ਪਾਉਣ ਨਾ ਕਰ ਪਾਉਣ, ਸਾਡੇ ਆਪਣੇ ਟ੍ਰੇਡ ਇੰਟਰਸਟ ਉਹਦੇ ਨਾਲ ਪ੍ਰੋਟੈਕਟ ਰਹਿਣ ਨਾ ਰਹਿਣ। ਹੋ ਸਕਦਾ ਜੇ ਅਸੀਂ ਬ੍ਰਿਟਿਸ਼ ਨੂੰ ਪਰਮਿਸ਼ਨ ਦਈਏ ਪੋਰਟੁਗੀਜ਼ ਉਹਨਾਂ ਦਾ ਸਮਾਨ ਹੀ ਨਾ ਇੱਥੋਂ ਜਾਣ ਦੇਣ। ਹੋਰ ਕਈ ਤਰ੍ਹਾਂ ਦੀਆਂ ਗੱਲਾਂ ਜਹਾਂਗੀਰ ਸਾਹਿਬ ਦੇ ਦਿਮਾਗ 'ਚ ਆਈਆਂ ਤੇ ਉਹਨਾਂ ਨੇ ਬ੍ਰਿਟਿਸ਼ ਨੂੰ ਪਰਮਿਸ਼ਨ ਡਿਕਲਾਈਨ ਕਰਤੀ। ਹੁਣ ਜਿਹੜੇ ਹੌਕਿੰਸ ਸੀ ਉਹਨਾਂ ਨੇ ਇੱਥੋਂ ਦੀ ਇੱਕ ਚਿੱਠੀ ਭੇਜੀ ਇੰਗਲੈਂਡ ਕਿ ਜਦ ਤੱਕ ਅਸੀਂ ਪੁਰਤਗਾਲੀਆਂ ਨੂੰ ਪੂਰੀ ਤਰ੍ਹਾਂ ਨਹੀਂ ਹਰਾ ਦੇਵਾਂਗੇ ਇੱਕ ਨੇਵੀ ਦੀ ਲੜਾਈ 'ਚ, ਤਦ ਤੱਕ ਮੁਗਲਾਂ ਨੇ ਸਾਨੂੰ ਸੀਰੀਅਸਲੀ ਨਹੀਂ ਲੈਣਾ। ਫਿਰ ਇੰਗਲੈਂਡ ਤੋਂ ਉਹਨਾਂ ਨੇ ਆਪਣਾ ਬੈਸਟ ਅਫਸਰ ਭੇਜਿਆ, ਕੈਪਟਨ ਬੈਸਟ। ਉਹਨੇ ਆ ਕੇ ਪੋਰਟੁਗੀਜ਼ ਨੇਵੀ ਨੂੰ ਸੂਰਤ ਦੇ ਕੋਲ ਇੱਕ ਥਾਂ ਸੀ ਸਵਾਲੀ, ਉੱਥੇ ਲੜਾਈ 'ਚ ਹਰਾਇਆ। ਜਿੱਦਾਂ ਹੀ ਪੁਰਤਗਾਲੀਆਂ ਨੂੰ ਹਰਾਇਆ ਬ੍ਰਿਟਿਸ਼ ਨੇ ਨੇਵੀ ਦੀ ਲੜਾਈ 'ਚ, ਮੁਗਲਾਂ ਨੇ ਨਾਲ ਦੀ ਨਾਲ ਉਹਨਾਂ ਨੂੰ ਪਰਮਿਸ਼ਨ ਦਿੱਤੀ। ਦ ਡਿਫੀਟ ਪੋਰਟੁਗੀਜ਼ ਨੇਵਲ ਸਕੁਆਡਰਨ ਬਾय ਦ ਬ੍ਰਿਟਿਸ਼। ਡੀ ਇਹਦਾ ਰਾਈਟ ਆਂਸਰ ਹੋ ਗਿਆ। तीसरा सवाल सी, द ओनली मेजर इंडस्ट्री इन द हैंड्स ऑफ इंडियन कैपिटलिस्ट ड्यूरिंग लेट 19th सेंचुरी। 19th सेंचुरी मीन 1800 वाले सालों के एंड वाली टाइम की आप गल कर रहे हैं। जिहड़ी आयरन एंड स्टील इंडस्ट्री है ਇਹਦੇ ਵਿੱਚ ਜੇ ਤੁਸੀਂ NCERT ध्यान नाल पढ़ोगे या कोई भी बुक ध्यान नाल पढ़ोगे ਤੁਹਾਨੂੰ पता लगेगा कि इंडिया च आयरन एंड स्टील इंडस्ट्री इंडियंस के हैंड ਦੇ ਵਿੱਚ वर्ल्ड वार 1 के दौरान आई सी। क्योंकि वर्ल्ड वार 1 के दौरान आई सी तो ये आंसर तो साडा नहीं हो सकता। ਹੁਣ ਕਾਟਨ ਜੂਟ ਦੇ ਵਿੱਚੋਂ ਕੋਈ ਇੱਕ ਤਾਂ ਇੰਡੀਅਨ ਹੈਂਡਸ ਦੇ ਵਿੱਚ ਸੀ, ਇਸ ਲਈ ਨਨ ਆਫ ਥੀਸ ਵੀ ਨਹੀਂ ਹੋ ਸਕਦਾ। ਇਹਨਾਂ ਦੋ ਦੇ ਵਿੱਚੋਂ ਦੀ ਆਨਸਰ ਹੋਣਾ ਚਾਹੀਦਾ ਹੈ। ਜੂਟ ਇੰਡਸਟਰੀ ਇੱਕ ਐਸੀ ਇੰਡਸਟਰੀ ਸੀ ਜਿਹੜੀ ਕਮਰਸ਼ੀਅਲਾਈਜ਼ ਬਹੁਤ ਜ਼ਿਆਦਾ ਸੀ ਔਰ ਉਹਨੂੰ ਸ਼ੁਰੂ ਤੋਂ ਬ੍ਰਿਟਿਸ਼ ਨੇ ਮੋਨੋਪੋਲਾਈਜ਼ ਕੀਤਾ ਹੋਇਆ ਸੀ। ਤੇ ਬਚੀ ਕਿਹੜੀ? ਕਾਟਨ ਟੈਕਸਟਾਈਲ। ਸੋ ਸਭ ਤੋਂ ਪਹਿਲੇ ਇੰਡੀਅਨਸ ਦੇ ਹੈਂਡ ਦੇ ਵਿੱਚ ਜਿਹੜੀ ਇੰਡਸਟਰੀ ਆਈ ਉਹ ਕਾਟਨ ਟੈਕਸਟਾਈਲ ਇੰਡਸਟਰੀ ਸੀ। ਸੋ ਇਹ ਇਸ ਦਾ ਆਨਸਰ ਹੋ ਗਿਆ। ਨੈਕਸਟ ਕੁਐਸਚਨ ਆਇਆ ਸੀਗਾ ਜੀ, ਵਿਚ ਵਨ ਆਫ ਦ ਫੋਲੋਇੰਗ ਇਜ਼ ਕਰੈਕਟਲੀ ਮੈਚਡ। ਹੁਣ ਜੇ ਤੁਸੀਂ ਥੋੜਾ ਜਿਹਾ ਵੀ ਦਿਮਾਗ ਲਗਾਓ ਨਾ ਤੇ ਇਹਨੂੰ ਕਰਨਾ ਬੜਾ ਆਸਾਨ ਹੈ। ਸਿੱਧੀ ਗੱਲ, ਲਾਰਡ ਕਰਜ਼ਨ ਦੇ ਟਾਈਮ ਤੇ ਰੈਲੀ ਕਮਿਸ਼ਨ ਆਇਆ ਸੀ ਜਿਹੜਾ ਯੂਨੀਵਰਸਿਟੀ ਐਜੂਕੇਸ਼ਨ ਲਈ ਆਇਆ ਸੀਗਾ। ਸਿੱਧਾ ਲਿਖਿਆ ਹੋਇਆ, ਮੈਂ ਤਾਂ ਇਹਦੇ ਨਾਲ ਹੀ ਇਹਨੂੰ ਟਿਕ ਕਰ ਦੇਣਾ। ਰੀਜ਼ਨ ਬੀਇੰਗ, ਮੈਨੂੰ ਇਹ ਵੀ ਪਤਾ ਕਿ ਵੁਡਸ ਡਿਸਪੈਚ ਨੇ ਫਿਲਟਰੇਸ਼ਨ ਥਿਊਰੀ ਖਤਮ ਕੀਤੀ ਸੀ, ਇਹ ਤਾਂ ਮੈਗਨਾ ਕਾਰਟਾ ਆਫ ਐਜੂਕੇਸ਼ਨ ਸੀ। ਬਾਕੀ ਸੈਡਲਰ ਤੇ ਜਿਹੜੇ ਹੰਟਰ ਹੈ ਇਹਦੇ ਬਾਰੇ ਮੈਂ ਜ਼ਿਆਦਾ ਕੁਝ ਧਿਆਨ ਦੇਵਾਂ ਵੀ ਨਾ ਤਾਂ ਵੀ ਮੈਂ ਆਨਸਰ ਠੀਕ ਕਰ ਸਕਦਾ ਸਿਰਫ ਇਸ ਇੱਕ ਪਰਟੀਕੂਲਰ ਪੁਆਇੰਟ ਦੇ ਨਾਲ ਕਿ ਇਹਦਾ C ਆਨਸਰ ਹੈ। ਰਾਈਟ, ਬਾਕੀ ਵੁਡਸ ਡਿਸਪੈਚ ਨਾਲ ਇੰਡੀਆ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਮਾਸ ਐਜੂਕੇਸ਼ਨ ਦੀ ਰਿਸਪੌਂਸਿਬਿਲਿਟੀ ਲਵਾਂਗੇ ਤੇ ਫਿਲਟਰੇਸ਼ਨ ਥਿਊਰੀ ਨੂੰ ਰਿਜੈਕਟ ਕਰਤਾ ਸੀ। ਜਿਹੜਾ ਹੰਟਰ ਕਮਿਸ਼ਨ ਸੀ ਇਹਦੇ ਨਾਲ ਪ੍ਰਾਇਮਰੀ ਐਜੂਕੇਸ਼ਨ ਹੋਈ ਸੀ ਔਰ ਜਿਹੜਾ ਸੈਡਲਰ ਕਮਿਸ਼ਨ ਸੀ ਇਹਦੇ ਨਾਲ ਜਿਹੜੀ ਹਾਇਰ ਐਜੂਕੇਸ਼ਨ ਸੀ ਉਹਦੀ ਗੱਲ ਚੱਲੀ ਸੀ। ਸੋ ਇਹਨਾਂ ਵਿੱਚੋਂ ਦੀ ਸਿਰਫ ਰੈਲੀ ਠੀਕ ਹੋ ਗਿਆ। ਨੈਕਸਟ,
Under the Government of India Act 1935, each of the following provincial legislature consisting of 2 chambers except अपना ही पंजाब है, ਇਹਦੇ ਉੱਪਰ ਤਾਂ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ। ਅਦਰਵਾਈਜ਼ 6 ਪ੍ਰੋਵਿੰਸ਼ੀਅਲ ਅਸੈਂਬਲੀਜ਼ ਜਿਹੜੀਆਂ ਸੀਗੀਆਂ ਆਊਟ ਆਫ 11 ਉਹਨਾਂ ਦੇ ਵਿੱਚ ਬਾਈ ਕੈਮਰਲ ਲੈਜਿਸਲੇਚਰ ਸੀ। ਪਰ ਅਸੀਂ ਹੁਣ ਪੰਜਾਬ ਦੀ ਤਿਆਰੀ ਕਰ ਰਹੇ ਹਾਂ, ਸਾਨੂੰ ਪੰਜਾਬ ਬਾਰੇ ਸਪੈਸ਼ਲ ਪਤਾ ਹੋਣਾ ਚਾਹੀਦਾ ਹੈ ਕਿ ਕਿਆ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਾਈ ਕੈਮਰਲ ਲੈਜਿਸਲੇਚਰ ਸੀ ਕਿ ਨਹੀਂ। ਸੋ ਆਨਸਰ ਇਜ਼ ਨੋ। ਸੋ ਡੀ ਇਹਦਾ ਆਨਸਰ ਸੀ। ਲਾਲਾ ਲਾਜਪਤ ਰਾਏ ਵਾਜ਼ ਐਸੋਸੀਏਟਿਡ ਵਿਦ ਵਿਚ ਆਫ ਦ ਫੋਲੋਇੰਗ ਨਿਊਜ਼ਪੇਪਰਸ। ਦੇਖੋ ਇਹ ਨਾ ਹੁਣ ਬਹੁਤ ਘੱਟ ਬੱਚਿਆਂ ਨੂੰ ਨਾ ਚਾਰੋਂ ਨਿਊਜ਼ਪੇਪਰ ਬਾਰੇ ਪਤਾ ਹੋਣਾ ਹੈ, ਬਹੁਤ ਘੱਟ ਨੂੰ। ਬਟ ਪੰਜਾਬ PCS ਦੇ ਜਦੋਂ ਆਪਾਂ ਤਿਆਰੀ ਕਰ ਰਹੇ ਹਾਂ ਤੇ ਅਸੀਂ ਲਾਲਾ ਲਾਜਪਤ ਰਾਏ ਬਾਰੇ ਤਾਂ ਸਪੈਸ਼ਲ ਪੜਾਂਗੇ ਹੀ ਪੜਾਂਗੇ। ਸਾਡੇ ਪੰਜਾਬ ਦੇ ਇੱਕ ਸਿਰਕੜ ਨੇਤਾ ਸੀ ਤੇ ਸਾਨੂੰ ਇਹਨਾਂ ਬਾਰੇ ਕੁਝ ਐਕਸਟਰਾ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਇਹ ਚਾਰੋਂ ਹੀ ਨਿਊਜ਼ਪੇਪਰ ਦੇ ਨਾਲ ਲਾਲਾ ਲਾਜਪਤ ਰਾਏ ਜੀ ਐਸੋਸੀਏਟਿਡ ਸੀਗੇ, ਐਸੋਸੀਏਟਿਡ ਸੀ ਚਾਰੋਂ ਦੇ ਨਾਲ, ਰਾਈਟ। ਸੋ ਆਲ ਆਫ them ਇਜ਼ ਦਾ ਆਂਸਰ। ਕੋਈ ਲਾਲਾ ਹਰਦਿਆਲ ਦੇ ਨਾਲ ਮਿਲ ਕੇ ਚਲਾ ਰਹੇ हैं, कोई किसी ਨਾਲ ਮਿਲ ਕੇ ਚਲਾ ਰਹੇ हैं, तो ਇਹਨਾਂ ਦੇ ਸਾਰੇ ਨਿਊਜ਼ਪੇਪਰ ਸੀ। ਅਗਲਾ ਸਵਾਲ ਆਇਆ, ਕੰਸੀਡਰ ਦ ਫੋਲੋਇੰਗ ਸਟੇਟਮੈਂਟ। ਸਪੈਸੀਫਿਕਲੀ ਪੰਜਾਬ ਹਿਸਟਰੀ ਤੋਂ ਹੈ। ਸਭ ਨੂੰ ਪਤਾ ਹੈ ਅਕਾਲੀ ਮੂਵਮੈਂਟ ਕਿਉਂ ਸ਼ੁਰੂ ਹੋਈ ਸੀ। ਜਿਹੜੇ ਕਰਪਟ ਮਹੰਤ ਸੀ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਆਪਣੇ ਕੰਟਰੋਲ 'ਚ ਰੱਖਿਆ ਸੀਗਾ, ਉਹਨਾਂ ਤੋਂ ਗੁਰਦੁਆਰਿਆਂ ਨੂੰ ਮੁਕਤ ਕਰਾਉਣ ਲਈ ਇਹ ਅਕਾਲੀ ਮੂਵਮੈਂਟ ਚੱਲੀ। ਜਿਹੜੇ ਮਹੰਤ ਸੀ ਉਹ ਬ੍ਰਿਟਿਸ਼ ਨਾਲ ਲਾਇਲ ਸੀ, ਇਹ ਵੀ ਸਾਨੂੰ ਪਤਾ ਹੈ, ਇਸ ਲਈ ਬ੍ਰਿਟਿਸ਼ ਉਹਨਾਂ ਨੂੰ ਸਪੋਰਟ ਕਰ ਰਹੇ ਸੀ। ਤੇ ਜਨਰਲ ਡਾਇਰ ਨੂੰ ਇਹਨਾਂ ਕਰਪਟ ਮਹੰਤ ਨੇ ਹੀ ਜਦੋਂ ਉਹਨਾਂ ਨੇ ਜਲਿਆਂਵਾਲੇ ਬਾਗ ਦਾ ਸਾਕਾ ਕੀਤਾ, ਉਸ ਤੋਂ ਬਾਅਦ ਗੋਲਡਨ ਟੈਂਪਲ ਸ਼੍ਰੀ ਹਰਿਮੰਦਰ ਸਾਹਿਬ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ। ਦੈਟ ਮੀਨਸ ਇਹ ਤਿੰਨੋਂ ਹੀ ਫੈਕਟ ਠੀਕ ਹੈ। ਆਲ ਦੀ ਅਬਵ ਜਿਹੜਾ ਹੈ ਉਹ ਇਸ ਦਾ ਆਨਸਰ ਹੋ ਗਿਆ। ਇਹ ਤਾਂ ਹੋ ਗਈ ਜੀ 2015 ਦੇ ਕੁਐਸਚਨ। 18 ਚ ਮਾਡਰਨ ਇੰਡੀਆ ਦੇ ਸਿਰਫ 2 ਹੀ ਇੰਪੋਰਟੈਂਟ ਕੁਐਸਚਨਸ ਆਏ ਸੀਗੇ। ਪਹਿਲਾ ਸਵਾਲ ਸੀ ਵਿਚ ਆਫ ਦਾ ਫੋਲੋਇੰਗ ਵਾਸ ਪੋਪੂਲਰਲੀ ਨੋਨ ਐਜ਼ ਫਾਇਰ ਬ੍ਰਾਂਡ ਆਫ ਸਾਊਥ ਇੰਡੀਆ। ਆਨਸਰ ਤਾਂ ਇਹਦਾ ਐਸ ਸਤਿਆਮੂਰਤੀ ਹੈ। ਬਟ ਇਹ ਕਿਉਂ ਹੈ ਆਨਸਰ? ਜਦੋਂ ਨਾਨ ਕੋਆਪਰੇਸ਼ਨ ਮੂਵਮੈਂਟ ਖਤਮ ਹੋਈ ਨਾ, ਉਹਨੂੰ ਜਦੋਂ ਬੰਦ ਕੀਤਾ ਗਿਆ ਚੌਰੀ ਚੌਰਾ ਵਾਲੇ ਈਵੈਂਟ ਤੋਂ ਬਾਅਦ, ਤੇ ਉਸ ਤੋਂ ਬਾਅਦ ਇੱਕ ਸਵਰਾਜ ਪਾਰਟੀ ਬਣੀ ਸੀ। ਐਸ ਸਤਿਆਮੂਰਤੀ ਉਸ ਸਵਰਾਜ ਪਾਰਟੀ ਦੇ ਵੀ ਲੀਡਰ ਸੀ ਤੇ ਇਹਨਾਂ ਨੇ ਨਾ ਗਾਂਧੀ ਜੀ ਦੇ ਖਿਲਾਫ ਉਸ ਟਾਈਮ ਤੇ ਬਹੁਤ ਵੱਧ ਚੜ ਕੇ ਭਾਸ਼ਣ ਦਿੱਤੇ ਕਿ ਗਾਂਧੀ ਜੀ ਨੇ ਗਲਤ ਕੀਤਾ ਹੈ। ਤੇ ਜਿਹੜਾ ਬੰਦਾ ਗਾਂਧੀ ਜੀ ਦੇ ਖਿਲਾਫ ਇੰਨਾ ਬੋਲੇ, ਸਿਰਕੜ ਨੇਤਾ ਬਣੇ। ਉਸ ਤੋਂ ਇਲਾਵਾ ਵੀ ਇਹਨਾਂ ਦੀਆਂ ਬੜੀਆਂ ਸਾਰੀਆਂ ਕੰਟਰੀਬਿਊਸ਼ਨਸ ਹੈ। ਬਟ ਤੁਸੀਂ ਕੀ ਯਾਦ ਰੱਖਣਾ ਹੈ ਕਿ ਇਹ ਕਿਉਂਕਿ ਗਾਂਧੀ ਜੀ ਦੇ ਖਿਲਾਫ ਕਾਫੀ ਵੱਧ ਚੜ ਕੇ ਬੋਲਦੇ ਸੀ ਔਰ ਬਾਕੀ ਉੱਥੇ ਦੇ ਲੋਕਾਂ ਨੂੰ ਪੂਰਾ ਪ੍ਰੋਤਸਾਹਿਤ ਕਰਦੇ ਸੀ ਕਿ ਆਪਾਂ ਇਸ ਫਰੀडम ਸਟਰਗਲ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਹੈ, ਤੇ ਇਹਨਾਂ ਨੂੰ ਫਾਇਰ ਬ੍ਰਾਂਡ ਆਫ ਸਾਊਥ ਇੰਡੀਆ ਕਿਹਾ ਗਿਆ। ਆਖਰੀ ਸਵਾਲ ਸੀ ਕੰਸੀਡਰ ਦਾ ਫੋਲੋਇੰਗ ਸਟੇਟਮੈਂਟ। ਜਿਹੜਾ ਪਿਟਸ ਇੰਡੀਆ ਐਕਟ ਹੈ 1784 ਚ ਆਇਆ ਸੀਗਾ ਤੇ ਗਵਰਨਰ ਜਨਰਲ ਦੇ ਕੌਂਸਲ ਦੇ ਵਿੱਚ 4 ਦੀ ਥਾਂ ਨੇ 3 ਮੈਂਬਰਸ ਕਰਤੇ। ਸਟੇਟਮੈਂਟ ਬਿਲਕੁਲ ਠੀਕ ਹੈ, ਫੈਕਚੁਅਲ ਹੈ। ਪਿਟਸ ਇੰਡੀਆ ਐਕਟ ਅਬੋਲਿਸ਼ ਮੋਨੋਪੋਲੀ ਆਫ ਈਸਟ ਇੰਡੀਆਜ਼ ਇੰਡੀਅਨ ਟ੍ਰੇਡ। ਇਹ ਸਟੇਟਮੈਂਟ ਬਿਲਕੁਲ ਗਲਤ ਹੈ। ਈਸਟ ਇੰਡੀਆ ਕੰਪਨੀ ਦੇ ਟ੍ਰੇਡ ਦੀ ਮੋਨੋਪੋਲੀ ਪਾਰਸ਼ਲੀ ਤਾਂ 1813 ਦੇ ਐਕਟ ਨਾਲ ਖਤਮ ਹੋਈ ਪਹਿਲੇ ਟੂ ਸਟਾਰਟ ਵਿਦ, ਫਿਰ 1833 ਦੇ ਐਕਟ ਨਾਲ ਉਹਨੂੰ ਪੂਰੀ ਤਰ੍ਹਾਂ ਖਤਮ ਕਰਤਾ ਗਿਆ ਸੀਗਾ। ਸੋ ਇਹ ਸਟੇਟਮੈਂਟ ਹੋ ਗਈ ਗਲਤ। ਹੁਣ ਜਿਹਦੇ ਵਿੱਚ 2 ਆ ਰਿਹਾ ਹੈ ਉਹ ਸਟੇਟਮੈਂਟ ਸਾਡੀ ਗਲਤ ਹੋ ਚੁੱਕੀ ਹੈ। 1 ਸਟੇਟਮੈਂਟ ਠੀਕ ਹੈ। ਹੁਣ ਆਪਾਂ 3 ਇਕੱਲਾ ਕਿਸੇ 'ਚ ਆਂਦਾ ਨਹੀਂ, ਆਨਸਰ ਸਾਨੂੰ ਮਿਲ ਚੁੱਕਾ ਹੈ। ਫਿਰ ਵੀ ਇਹਨੂੰ ਇੱਕ ਵਾਰੀ ਪੜ੍ਹ ਦਿੰਦੇ ਹਾਂ। ਬਾਈ ਪਿਟਸ ਇੰਡੀਆ ਐਕਟ ਥਰੂ ਅ ਸਪਲੀਮੈਂਟਰੀ ਐਕਟ the governor general was empowered to hold the office of commander in chief in special cases। ਇਹ 1786 ਦਾ amending act ਸੀ ਜਿਹਦੇ ਨਾਲ ਲਾਰਡ ਕੌਰਨਵਾਲਿਸ ਨੂੰ ਇਹ ਪਾਵਰ ਦਿੱਤੀ ਗਈ ਸੀ। ਸੋ ਦੈਟ ਮੀਨਸ 1 and 3 C is the right answer। ਸੋ ਇਹ ਹੋ ਗਿਆ ਜੀ ਸਾਡੇ ਮਾਡਰਨ ਇੰਡੀਆ ਦੇ ਕੁਐਸਚਨਸ ਦਾ ਐਨਾਲਿਸਿਸ 2015 ਤੇ 18 ਦਾ। 13 ਦਾ ਮੈਂ ਆਲਰੇਡੀ ਕਰ ਚੁੱਕਾ ਸੀ। ਬਾਕੀ ਹੁਣ ਐਂਸ਼ੀਅੰਟ ਮਿਡੀਵਲ ਦੇ ਐਨਾਲਿਸਿਸ ਕਰਾਂਗੇ ਅਗਲੇ ਵੀਡੀਓ ਦੇ ਵਿੱਚ। ਤੇ ਕਰੰਟ ਅਫੇਅਰਸ ਜਿੱਦਾਂ ਅਸੀਂ ਪ੍ਰੋਮਿਸ ਕੀਤਾ ਸੀ ਸਾਡੇ ਟੈਲੀਗ੍ਰਾਮ ਦੇ ਚੈਨਲ PCS 2020 ਵਿਦ ਰਾਜ IAS, ਉਹ ਸਭ ਨੂੰ ਅਸੀਂ ਫ੍ਰੀ ਆਫ ਕਾਸਟ ਪ੍ਰੋਵਾਈਡ ਕਰ ਰਹੇ ਹਾਂ। ਬਾਕੀ ਉਸ ਤੋਂ ਇਲਾਵਾ ਸਾਡੇ ਕੁਝ ਇਨੀਸ਼ੀਏਟਿਵਸ ਚੱਲ ਰਹੇ ਹਨ, ਰੈਗੂਲਰ ਕਲਾਸਿਸ ਚੱਲ ਰਹੀਆਂ ਹੈ ਐਂਡ ਆਈ ਹੋਪ ਸਟੂਡੈਂਟਸ ਆਰ ਇੰਜੋਇੰਗ them because every day we are getting lot many calls, lot many new enrollments। ਉਸ ਤੋਂ ਇਲਾਵਾ ਅਸੀਂ ਇੱਕ ਆਪਣੇ ਨੋਟਸ ਵੀ ਪ੍ਰੋਵਾਈਡ ਕੀਤੇ ਹੈ ਔਰ ਟੈਸਟ ਸੀਰੀਜ਼ ਵੀ। ਇਹ ਦੋਨੋਂ ਇਕੱਠੇ ਵੀ ਮਿਲ ਰਹੇ हैं ਜਾਂ ਅਲੱਗ-ਅਲੱਗ ਵੀ ਮਿਲ ਰਹੇ हैं ਐਜ਼ ਪਰ ਯੂਅਰ ਕਨਵੀਨੀਅੰਸ, ਐਜ਼ ਪਰ ਯੂਅਰ ਰਿਕੁਆਇਰਮੈਂਟ, ਐਜ਼ ਪਰ ਯੂਅਰ ਨੀਡ। ਤੁਸੀਂ ਚਾਹੇ ਸਾਡਾ ਫੁੱਲ ਕੋਰਸ ਜੁਆਇਨ ਕਰੋ ਪ੍ਰੀ ਐਂਡ ਮੇਨਸ ਵਾਲਾ, ਚਾਹੇ ਤੁਸੀਂ ਸਾਡਾ ਓਨਲੀ ਪ੍ਰੀ ਦਾ ਕੋਰਸ ਜੁਆਇਨ ਕਰੋ, ਚਾਹੇ ਤੁਸੀਂ ਸਿਰਫ ਸਾਡੀਆਂ ਟੈਸਟ ਸੀਰੀਜ਼ ਲਓ ਜਾਂ ਤੁਸੀਂ ਸਾਡੇ ਨੋਟਸ ਲਓ ਜਾਂ ਸਾਡੀਆਂ ਫ੍ਰੀ ਸੇਵਾਵਾਂ ਜਿਹੜੀਆਂ ਅਸੀਂ ਤੁਹਾਨੂੰ ਦੇ ਰਹੇ ਹਾਂ ਆਈਦਰ ਇਨ ਦਾ ਸ਼ੇਪ ਆਫ ਥੀਸ ਲੈਕਚਰਸ ਔਰ ਇਨ ਦਾ ਸ਼ੇਪ ਆਫ other material that we are circulating in our WhatsApp group and Telegram group, you can avail them। Lastly, ਅੱਜ ਤੋਂ ਅਸੀਂ ਤੁਹਾਡੇ ਲਈ ਇੱਕ ਹੋਰ ਇਨੀਸ਼ੀਏਟਿਵ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਸ਼ਾਮੀ ਤੁਹਾਡੇ ਨਾਲ ਅਸੀਂ ਮੈਥ ਦੀ ਪ੍ਰੈਕਟਿਸ ਵਾਸਤੇ ਵੀ ਇੱਕ ਫ੍ਰੀ ਕਲਾਸ ਚਲਵਾ ਰਹੇ ਹਾਂ, ਜਿਹਦੇ ਤੁਹਾਡੇ ਨਾਲ ਅਸੀਂ ਹਰ ਰੋਜ਼ 3-4 ਤਰ੍ਹਾਂ ਦੇ ਡਿਫਰੈਂਟ ਕੁਐਸਚਨਸ ਡਿਸਕਸ ਕਰਾਂਗੇ ਤੇ ਉਹਨਾਂ ਦੇ ਮੈਥਡ ਤੁਹਾਨੂੰ ਦੱਸਾਂਗੇ। ਰਾਈਟ, ਥੈਂਕ ਯੂ ਵੈਰੀ ਮਚ, ਬੈਸਟ ਆਫ ਲੱਕ, ਗੋਡ ਬਲੈਸ ਯੂ ਆਲ।